बसंता महला पहला। दर्शन की प्यासा जिस नर होए, एक तराछ पर हर धोए। दर्शन की प्यासा जिस नर होए। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल, शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी की पवित्र पावन हजूरी दे विच जुड़मन बैठे गुरु रूप गुरु खालसा साध संगत जीओ। आओ बड़े प्यार अर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। बसंता महला पहला। बसंत राग विच पहले पातशाह धन श्री गुरु नानक देव साहब जी महाराज अष्टपदियां शब्द उचार रहे हैं। दर्शन की प्यासा जिस नर होए। भाई जिस मनुख नूं प्रभु दे दर्शन दी त्रे चाहना लगी हुई है। एक तराचा पर हर धोए। ਉਹ ਦਵੈਤ ਨੂੰ ਤਿਆਗ ਕੇ ਇੱਕ ਪ੍ਰਭੂ ਦੇ ਵਿੱਚ ਰਚਨਾ ਕਰਦਾ ਹੈ। दूर दर्द मथ अमृत खाए। ਉਸ ਦੀਆਂ ਅਵਿਦਿਆਦਿਕ ਦੀਆਂ ਪੀੜਾਂ ਦੂਰ ਹੋ ਜਾਂਦੀਆਂ ਨੇ ਅਤੇ ਉਹ ਅੰਮ੍ਰਿਤ ਨਾਮ ਨੂੰ ਵਿਚਾਰ ਕੇ ਬ੍ਰਹਮਾਨੰਦ ਨੂੰ ਖਾਣਾ ਕਰਦਾ ਮਾਨਣਾ ਕਰਦਾ ਹੈ। गुरमुख बूझा एक समाए। ਉਹ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਕੇ ਇੱਕ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ। तेरे दर्शन का कीती बिल लाए। ਇਹ ਪ੍ਰਭੂ ਤੇਰੇ ਦਰਸ਼ਨ ਦੀਦਾਰ ਕਰਨ ਨੂੰ ਕਿਤਨੀ ਹੀ ਸ੍ਰਿਸ਼ਟੀ ਵਿਲਾਪ ਕਰ ਰਹੀ ਹੈ। विरला को चीन गुर शब्द मिलाए। ਪਰ ਜਿਸ ਨੂੰ ਗੁਰੂ ਦੇ ਉਪਦੇਸ਼ ਵਿੱਚ ਮਿਲਾਉਣਾ ਕਰਦਾ ਹੈ ਉਹ ਕੋਈ ਵਿਰਲਾ ਟਾਵਾਂ ਹੀ ਤੇਰੇ ਸਰੂਪ ਨੂੰ ਜਾਣਨਾ ਕਰਦਾ ਪਹਿਚਾਨਣਾ ਕਰਦਾ ਹੈ। रहाओ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। वेद बखान का एक कहिया। ਵੇਦ ਦੁਆਰਾ ਕਥਨ ਕਰਨ ਵਾਲੇ ਪੰਡਤ ਜਾਂ ਵੇਦ ਕਥਨ ਕਰਕੇ ਇਹ ਕਹਿੰਦੇ ਹਨ ਕਿ ਇੱਕ ਬ੍ਰਹਮ ਦੇ ਜਸ ਨੂੰ ਉਚਾਰਨ ਕਰੀਏ। ओह बेअंत अंत के लहिया। ਉਹ ਪ੍ਰਭੂ ਅੰਤ ਤੋਂ ਰਹਿਤ ਸਰੂਪ ਹੈ। ਉਸ ਦਾ ਅੰਤ ਕਿਸ ਨੇ ਪ੍ਰਾਪਤ ਕੀਤਾ ਭਾਵ ਉਸ ਦਾ ਅੰਤ ਕੋਈ ਨਹੀਂ ਜਾਣ ਸਕਦਾ। एको करता जिन जग किया। ਇਹ ਭਾਈ ਉਹ ਇੱਕੋ ਕਰਤਾ ਪੁਰਖ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। पांच कला धर गगन धरिया। ਜਿਸ ਨੇ ਕਿਸੇ ਥਾਂ ਮਾਤਕ ਆਧਾਰ ਤੋਂ ਬਗੈਰ ਹੀ ਧਰਤੀ
ਅਤੇ ਆਕਾਸ਼ ਨੂੰ ਰੱਖਣਾ ਕੀਤਾ ਹੈ, ਜਾਂ ਪ੍ਰਤੱਖ ਕਿਸੇ ਸਹਾਰੇ ਤੋਂ ਬਿਨਾਂ ਆਪਣੀ ਸ਼ਕਤੀ ਨਾਲ ਧਰਤੀ ਅਤੇ ਆਕਾਸ਼ ਨੂੰ ਰੱਖਣਾ ਕੀਤਾ ਹੈ। ਮਿਣ ਦਮਾ ਗਗਨ ਰਹਾਇਆ। ਏਕੋ ਗਿਆਨ ਧਿਆਨ ਧੁਨ ਬਾਣੀ। ਉਹ ਇੱਕ ਪ੍ਰਭੂ ਹੀ ਗਿਆਨੀਆਂ ਦੇ ਗਿਆਨ, ਧਿਆਨੀਆਂ ਦੇ ਧਿਆਨ ਅਤੇ ਬਾਣੀ ਉਚਾਰਨ ਵਾਲਿਆਂ ਵਿੱਚ ਬੈਠਾ ਹੋਇਆ ਹੈ। ਇਸੇ ਪ੍ਰਕਾਰ ਏਕੋ ਗਿਆਨ ਧਿਆਨ ਧੁਨ ਬਾਣੀ। ਇੱਕੋ ਹੀ ਨਿਰਗੁਣ ਸਰੂਪ ਦੇ ਗਿਆਨ, ਸਰਗੁਣ ਸਰੂਪ ਦੇ ਧਿਆਨ ਅਤੇ ਬਾਣੀ ਉਚਾਰਨ ਵਾਲੇ ਉਪਾਸ਼ਨਾ ਵਿੱਚ ਸਥਿਤ ਹੈ। ਜਾਂ ਇੱਕ ਰਸ ਬਾਣੀ ਦੀ ਧੁਨੀ ਚੱਲਣੀ ਹੀ ਅਸਲ ਗਿਆਨ ਧਿਆਨ ਹੈ। ਏਕ ਨਿਰਾਲਮਾ ਅਕਤ ਕਹਾਣੀ। ਉਹ ਇੱਕ ਪ੍ਰਭੂ ਹੀ ਅਸੰਗ ਹੈ ਅਤੇ ਉਸ ਦੀ ਕਥਾ ਵੀ ਕਥਨ ਤੋਂ ਰਹਿਤ ਹੈ। ਕਥਨ ਕਹਿਣ ਕੋ ਸੋਝੀ ਨਾਹੀ, ਜੋ ਭਿਖੈ ਤਿਸ ਬਾਣੀ ਆਵੈ। ਏਕੋ ਸ਼ਬਦਾ ਸੱਚਾ ਨਿਸ਼ਾਨ। ਇੱਕ ਗੁਰਾਂ ਦਾ ਉਪਦੇਸ਼ ਹੀ ਸੱਚਾ ਪਰਵਾਨਾ ਹੈ, ਜਾਂ ਸੱਚੇ ਨੂੰ ਪ੍ਰਗਟ ਕਰਨ ਵਾਲਾ ਹੈ। ਪੂਰੇ ਗੁਰ ਤੇ ਜਾਣ ਜਾਣ। ਪੂਰਨ ਗੁਰੂ ਅਕਾਲ ਪੁਰਖ ਤੋਂ ਹੀ ਉਸ ਦਾ ਸਰੂਪ ਜਾਣਿਆ ਜਾਂਦਾ ਹੈ। ਏਕੋ ਧਰਮ ਦ੍ਰਿੜ ਸੱਚ ਕੋਈ। ਇੱਕ ਨਾਮ ਹੀ ਸਭ ਦਾ ਸਾਂਝਾ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰ ਜੇਕਰ ਕੋਈ ਉਸ ਸੱਚੇ ਨਾਮ ਨੂੰ ਪਰਪੱਕ ਕਰ ਲਵੇ, ਗੁਰਮਤਿ ਪੂਰਾ ਜੁਗ ਜੁਗ ਸੋਈ। ਉਹ ਮਨੁੱਖ ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਜੁਗਾਂ ਜੁਗਾਂ ਵਿੱਚ ਪੂਰਨ ਪੁਰਖ ਕਰਕੇ ਪ੍ਰਗਟ ਹੋ ਜਾਂਦਾ ਹੈ। ਅਨਹਦ ਰਤਾ ਏਕ ਅਵਤਾਰ। ਜੋ ਹੱਦ ਤੋਂ ਰਹਿਤ ਪਰਮਾਤਮਾ ਦੀ ਪ੍ਰੀਤੀ ਵਿੱਚ ਇਹ ਧਾਰਾਵਤ ਇੱਕ ਰਸ ਰੰਗਿਆ ਰਹਿੰਦਾ ਹੈ। ਓਹ ਗੁਰਮੁਖ ਪਾਵੈ ਲੱਖ ਅਪਾਰ। ਉਹ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖ ਬਣ ਕੇ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਤ ਤੋਂ ਰਹਿਤ ਪ੍ਰਭੂ ਦੇ ਸਰੂਪ ਨੂੰ ਪਾ ਲੈਂਦਾ ਹੈ। ਏਕੋ ਤਖ਼ਤਾ ਏਕੋ ਪਾਤਸ਼ਾਹੂ। ਇੱਕ ਸੰਸਾਰ ਰੂਪੀ ਸਿੰਘਾਸਨ ਹੈ, ਔਰ ਉਸ ਉੱਪਰ ਇੱਕ ਪਰਮਾਤਮਾ ਹੀ ਤਖਤ ਦਾ ਮਾਲਕ ਸੁਲਤਾਨ ਹੈ। ਇਸ ਪ੍ਰਕਾਰ ਏਕੋ ਤਖ਼ਤਾ ਏਕੋ ਪਾਤਸ਼ਾਹੂ। ਇੱਕ ਸਤਸੰਗਤ ਰੂਪ ਤਖਤ ਹੈ ਅਤੇ ਇੱਕ ਗੁਰੂ ਰੂਪ ਪਾਤਸ਼ਾਹ ਉਸ ਵਿੱਚ ਨਿਵਾਸ ਕਰ ਰਿਹਾ ਹੈ। ਇਸ ਪ੍ਰਕਾਰ ਏਕੋ ਤਖ਼ਤਾ ਏਕੋ ਪਾਤਸ਼ਾਹੂ। ਇੱਕ ਅੰਤःਕਰਨ ਰੂਪੀ ਤਖਤ ਹੈ ਅਤੇ ਉਸ ਉੱਪਰ ਇੱਕ ਬ੍ਰਹਮ ਸਾਖੀ ਰੂਪ ਹੋ ਕੇ ਨਿਵਾਸ ਕਰ ਰਿਹਾ ਹੈ। ਇਸੇ ਪ੍ਰਕਾਰ ਏਕੋ ਤਖ਼ਤਾ ਏਕੋ ਪਾਤਸ਼ਾਹੂ। ਇੱਕ ਤੁਰਿਆ ਪਦ ਰੂਪ ਤਖਤ ਹੈ ਅਤੇ ਇੱਕ ਬ੍ਰਹਮ ਚੇਤਨ ਪਾਤਸ਼ਾਹ ਰੂਪ ਹੈ। ਇਸੇ ਪ੍ਰਕਾਰ ਏਕੋ ਤਖ਼ਤਾ ਏਕੋ ਪਾਤਸ਼ਾਹੂ। ਇੱਕੋ ਹੀ ਸ੍ਰੀ ਅਕਾਲ ਤਖਤ ਹੈ, ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਬਣਾਇਆ ਸੀਗਾ। ਬਾਬਾ ਬੁੱਢਾ ਅਤੇ ਭਾਈ ਗੁਰਦਾਸ ਜੀ ਨੇ ਇੱਟਾਂ ਅਤੇ ਗਾਰਾ ਫੜਾਇਆ। ਬਣਾਉਣ ਵਾਲੇ ਮਿਸਤਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ। ਇਹਦੇ ਤੋਂ ਇਲਾਵਾ ਕੋਈ ਹੋਰ ਤਖਤ ਨਹੀਂ ਜਿਹੜੇ ਗੁਰੂ ਨੇ ਆਪ ਬਣਾਇਆ ਹੋਵੇ। ਉਹ ਇੱਕੋ ਅਕਾਲ ਤਖਤ ਹੀ ਹੈ, ਨਾਮ ਵੀ ਅਕਾਲ ਤਖਤ ਰੱਖਿਆ। ਇੱਕੋ ਹੀ ਉਹਦਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਸਰਬੇ ਤਾਈ ਵੇ ਪਰਵਾਹੋ। ਉਹ ਬੇਮੁਤਾਜ ਪ੍ਰਭੂ ਸਾਰੀਆਂ ਥਾਵਾਂ ਦੇ ਵਿੱਚ ਵਸ ਰਿਹਾ ਹੈ। ਤਿਸ ਕਾ ਕੀਆ ਤ੍ਰਿਭਵਨ ਸਾਰ। ਉਸ
ਪ੍ਰਭੂ ਦਾ ਤਿੰਨਾਂ ਭਵਨਾਂ ਰੂਪ ਬ੍ਰਹਿਮੰਡ ਪੈਦਾ ਕੀਤਾ ਹੋਇਆ ਹੈ। ਓ ਅਗਮਯ ਗੋਚਰਾ ਏਕੰਕਾਰ। ਉਹ ਪ੍ਰਭੂ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿ ਇੰਦਰੀਆਂ ਦੀ ਵਿਸ਼ੇ ਅਤੇ ਇੱਕ ਸਰੂਪ ਹੈ। ਏਕਾ ਮੂਰਤਾ ਸੱਚਾ ਨਾਉ। ਉਹ ਇੱਕੋ ਹਸਤੀ ਇੱਕੋ ਸਰੂਪ ਹੈ, ਉਸ ਦਾ ਨਾਮ ਵੀ ਸੱਚਾ ਹੈ। ਤਿੱਥਾ ਨਿਬੜੈ ਸਾਚਨ ਆਉ। ਉਥੇ ਪਰਮਾਤਮਾ ਦੇ ਦਰ ਵਿੱਚ ਸੱਚਾ ਨਿਆਂ ਹੀ ਨਿਬੜਦਾ ਹੈ। ਸਾਚੀ ਕਰਣੀ ਬਦ ਪਰਵਾਣ। ਉਸ ਪ੍ਰਭੂ ਦੀ ਜਿਸ ਨੇ ਸੱਚੀ ਭਗਤੀ ਰੂਪ ਕਮਾਈ ਕੀਤੀ ਹੈ, ਉਸ ਦੀ ਇੱਜ਼ਤ ਲੋਕ ਪਰਲੋਕ ਦੇ ਵਿੱਚ ਪ੍ਰਮਾਣਿਕ ਸਫਲੀ ਹੈ। ਸਾਚੀ ਦਰਗਾਹ ਪਾਵੈ ਮਾਣ। ਉਸ ਪ੍ਰਭੂ ਦੀ ਸੱਚੀ ਦਰਗਾਹ ਦੇ ਵਿੱਚ ਉਹ ਗੁਰਮੁਖ ਸਤਿਕਾਰ ਪਾਉਣਾ ਕਰਦਾ ਹੈ। ਏਕਾ ਭਗਤਾ ਏਕੋ ਹੈ ਪਾਉ। ਉਸ ਨੂੰ ਇਹ ਨਿਸ਼ਚਾ ਵੱਜ ਜਾਂਦਾ ਹੈ ਕਿ ਇੱਕ ਪਰਮਾਤਮਾ ਦੀ ਭਗਤੀ ਤੇ ਇੱਕ ਪਰਮਾਤਮਾ ਦਾ ਪ੍ਰੇਮ ਹੀ ਸੱਚਾ ਹੈ। ਬਿਨ ਪੈ ਭਗਤੀ ਆਵੋ ਜਾਉ। ਉਹ ਜੀਵ ਪ੍ਰਭੂ ਦੇ ਭੈ ਅਤੇ ਭਗਤੀ ਤੋਂ ਬਿਨਾਂ ਜਮਨ ਮਨ ਵਿੱਚ ਆਉਂਦਾ ਤੇ ਜਾਂਦਾ ਹੀ ਰਹਿੰਦਾ ਹੈ। ਦੂਰ ਤੇ ਸਮਝ ਰਹਾ ਮਹਿਮਾਨ। ਜੋ ਮਨੁੱਖ ਗੁਰਾਂ ਤੋਂ ਸਿੱਖਿਆ ਲੈ ਕੇ ਸਮਝ ਕੇ ਸੰਸਾਰ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਸਮਝ ਕੇ ਰਹਿੰਦਾ ਹੈ। ਜਿਵੇਂ ਗੁਰਬਾਣੀ ਵਿੱਚ ਅਨੇਕਾਂ ਹੀ ਐਸੇ ਪ੍ਰਮਾਣ ਮਿਲਦੇ ਨੇ, ਜੈਸੇ ਰਹਿਣ ਪੁਰਾਹੁਣੇ ਉੱਠ ਚਲ ਸੇ ਪ੍ਰਭਾਤ। ਜਿਵੇਂ ਰਾਤ ਨੂੰ ਪ੍ਰਾਹੁਣੇ ਆਉਂਦੇ ਨੇ, ਪ੍ਰਭਾਤ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਉੱਠ ਕੇ ਤੁਰ ਪੈਂਦੇ ਨੇ, ਕਿਉਂਕਿ ਉਹਨਾਂ ਨੇ ਹਜ਼ੂਰ ਸਾਹਿਬ ਨੂੰ ਜਾਣਾ ਹੋਇਆ। ਜਿਹਨੇ ਹਜ਼ੂਰ ਸਾਹਿਬ ਜਾਣਾ ਹੈ, ਜੇ ਉੱਥੇ ਹੀ ਦਿਹਾੜੀ ਕੱਟ ਦੇਊਗਾ ਕਿ ਸਫ਼ਰ ਕਿਵੇਂ ਕੱਟਿਆ ਜਾਊਗਾ। ਇਉਂ ਜਿਹਨੇ ਅੱਗੇ ਸਫ਼ਰ ਤੇ ਜਾਣਾ ਹੈ ਜਾਂ ਅਗਲੇ ਨੇ ਕਿਸੇ ਰਿਸ਼ਤੇਦਾਰੀ ਚੋਂ ਮਿਲ ਕੇ ਅੱਗੇ ਕੰਮ ਤੇ ਜਾਣਾ ਹੈ, ਤੇ ਇਸ ਲਈ ਇਸ ਵਕਤ ਤੁਰਨਾ ਪਏਗਾ। ਇਉਂ ਜਿਹੜਾ ਪਰਲੋਕ ਦਾ ਰਸਤਾ ਹੈ, ਜਿੱਥੇ ਯਮਦੂਤ ਨੇ ਜਾਂਦੇ ਨੇ, ਗਰੜ ਪੁਰਾਣ 'ਚ ਇੱਕ ਸਾਲ ਤਾਂ ਲਿਖਿਆ ਹੈ, ਇਸ ਵਕਤ ਹੀ ਉੱਠ ਕੇ ਤੁਰਨਾ ਪੈਂਦਾ ਹੈ। ਜਾਂ ਜਦੋਂ ਮੌਤ ਦਾ ਦਿਨ ਚੜ੍ਹਦਾ ਹੈ ਤਾਂ ਉਸ ਵਕਤ ਸਰੀਰ ਰੂਪੀ ਘਰ ਵਿੱਚ ਉੱਠ ਕੇ ਜੀਵ ਆਤਮਾ ਪ੍ਰਾਹੁਣੇ ਦੀ ਤਰ੍ਹਾਂ ਤੁਰ ਜਾਏਗੀ। ਸਾਡੇ ਆਪਣੇ ਘਰ ਵੀ ਆਪਣੇ ਨਹੀਂ, ਬਾਲ ਬੱਚੇ ਸਾਕ ਸੰਬੰਧੀ ਪੁਰਾਣੇ ਜਨਮਾਂ ਦਾ ਕੋਈ ਆਪਾਂ ਕਰਜ਼ਾ ਦੇਣਾ ਜਾਂ ਲੈਣਾ ਹੈ, ਉਹ ਸਾਡੇ ਬੱਚੇ ਬਣ ਕੇ ਸੰਬੰਧੀ ਬਣ ਕੇ ਆਏ ਨੇ। ਇਸ ਲਈ ਪ੍ਰਾਹੁਣਿਆਂ ਦੀ ਤਰ੍ਹਾਂ ਇਹ ਜੀਵ ਸੰਸਾਰ ਵਿੱਚ ਹੈ। ਜੈਸੇ ਰਹਿਣ ਪੁਰਾਹੁਣੇ ਉੱਠ ਚਲ ਸੇ ਪ੍ਰਭਾਤ। ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਇਹ ਫੁੱਲਾਂ ਦਾ ਬਾਗ ਬਗੀਚਾ ਖੜਿਆ ਹੋਇਆ ਹੈ। ਹਰ ਗੁਣ ਗਾਓ ਮਨਾ ਸਤਿਗੁਰ ਨਾਲ ਪਿਆਰ। ਇਸ ਲਈ ਸਤਿਗੁਰਾਂ ਦੇ ਨਾਲ ਪਿਆਰ ਪਾ ਕੇ ਹਰੀ ਦੇ ਗੁਣ ਗਾਓ। ਐ ਮੇਰੀਆ ਮਨਾ ਕਿਆ ਥੋੜੀ ਬਾਤ ਗੁਮਾਨ। ਥੋੜੀ ਜਿਹੀ ਗੱਲ ਤੇ ਕੀ ਹੰਕਾਰ ਪਿਆ ਤੂੰ ਕਰਦਾ ਹੈ। ਸੋ ਇਹ ਜਿਹੜਾ ਸੰਸਾਰ ਹੈ, ਪਾਸ਼ਾ ਜੀ ਕਥਨ ਕਰਦੇ ਨੇ, ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਜਿਵੇਂ ਦਰਖਤ ਦੇ ਉੱਪਰ ਪੰਛੀ ਦਾ ਵਾਸਾ ਹੈ, ਪੰਛੀ ਇੱਕ ਰਾਤ ਜਿੱਥੇ ਦਰਖਤ ਦੇ ਕੱਟਦਾ, ਦੂਜੀ ਰਾਤ ਉੱਥੇ ਨਹੀਂ ਕਿਤੇ ਹੋਰ ਬੈਠ ਜਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਸਿੱਖਿਆ ਉਪਦੇਸ਼ ਗੁਰੂ ਜੀ ਤੋਂ ਸਮਝ ਕੇ ਸਿੱਖਿਆ ਲੈ ਕੇ ਸੰਸਾਰ ਅੰਦਰ ਆਪਣੇ ਆਪ ਨੂੰ ਜਿਹੜਾ ਮਨੁੱਖ ਪ੍ਰਾਹੁਣਾ ਸਮਝ ਕੇ ਰਹਿੰਦਾ ਹੈ। ਹਰ ਰਸ ਰਾਤਾ ਜਨ ਪਰਵਾਣਾ। ਉਹੀ ਪੁਰਖ ਹਰੀ ਪ੍ਰਮਾਤਮਾ ਦੇ ਰਸ ਪ੍ਰੇਮ ਦੇ ਵਿੱਚ ਰੰਗਿਆ ਹੋਇਆ, ਪ੍ਰਭੂ ਦੀ ਦਰਗਾਹ ਦੇ ਵਿੱਚ ਪ੍ਰਮਾਣਿਕ
ਸਫਲ ਹੈ। ਇਤ ਉਤ ਦੇਖਾਓ ਸੱਚੇ ਰਾਵੋ। ਇਹ ਪ੍ਰਭੂ ਮੈਂ ਇੱਥੇ ਉੱਥੇ ਭਾਵ ਲੋਕ ਪਰਲੋਕ ਵਿੱਚ ਤਿਆਗਿਓ ਹੀ ਵਿਆਪਕ ਦੇਖਦਾ ਹਾਂ ਅਤੇ ਸੁਤੇ ਸਦੀ ਤੇਰੇ ਆਨੰਦ ਨੂੰ ਮਾਨਣਾ ਕਰਦਾ ਹਾਂ। ਤੁਝ ਬਿਨ ਠਾਕੁਰਾਂ ਕਿਸੈ ਨ ਪਾਵਾ। ਇਹ ਮਾਲਕ ਪ੍ਰਭੂ ਤੇਰੇ ਤੋਂ ਬਿਨਾਂ ਹੋਰ ਕਿਸੇ ਨਾਲ ਭਾਵਨਾ ਨਹੀਂ ਮੈਂ ਕਰਦਾ। ਨਾਨਕ ਹਉ ਮੈਂ ਸ਼ਬਦ ਜਲਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੰਤਾ ਮੰਤਾ ਨੂੰ ਸਾੜ ਸੁੱਟਿਆ ਹੈ। ਸਤਿਗੁਰ ਸਾਚਾ ਦਰਸ ਦਿਖਾਇਆ। ਉਸ ਨੂੰ ਸਤਿਗੁਰਾਂ ਨੇ ਸੱਚ ਸਰੂਪ ਪ੍ਰਭੂ ਦਾ ਦਰਸ਼ਨ ਵਿਖਾਲ ਦਿੱਤਾ ਹੈ। ਬਸੰਤ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਸੰਤ ਰਾਗ ਵਿੱਚ ਸ਼ੋਭਾਵਨ ਗੁਰਮਾਨ ਕਰਦੇ ਨੇ। ਚੰਚਲ ਚੀਤਾ ਨਾ ਪਾਵੈ ਪਾਰਾ। ਇਹ ਜਿਹੜਾ ਸਾਡਾ ਮਨ ਹੈ ਇਹ ਬੜਾ ਚੰਚਲ ਹੈ। ਚਲਾਈ ਮਨ ਵਾਲਾ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪੈ ਸਕਦਾ ਹੈ। ਆਵਤ ਜਾਤ ਨਾ ਲੱਗੈ ਬਾਰਾ। ਉਸ ਨੂੰ ਸੰਸਾਰ ਵਿੱਚ ਆਉਂਦਿਆਂ ਜਾਂਦਿਆਂ ਦੇਰ ਨਹੀਂ ਲੱਗਦੀ। ਦੁਖ ਕਾਣੋ ਮਰੀਐ ਕਰਤਰਾ। ਹੇ ਪ੍ਰਭੂ ਇਸ ਚੰਚਲ ਚਿੱਤ ਕਰਕੇ ਜੰਮਣ ਮਰਨ ਦਾ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ ਅਤੇ ਇਸੇ ਕਰਕੇ ਤੇਰੇ ਵੱਲੋਂ ਬੇਮੁਖ ਰੂਪ ਮਰਦੇ ਰਹੀਦਾ ਹੈ। ਬਿਨ ਪ੍ਰੀਤਮ ਕੋ ਕਰੈ ਨ ਸਾਰਾ। ਹੇ ਪਿਆਰੇ ਪ੍ਰਭੂ ਤੇਤੋਂ ਬਿਨਾਂ ਕੋਈ ਵੀ ਜੀਵਨ ਦਾ ਸਾਰ ਸੰਭਾਲ ਨਹੀਂ ਕਰ ਸਕਦਾ। ਸਭ ਉਤਮ ਕਿਸ ਅੱਖੋਂ ਹੀਨਾ। ਇਹ ਭਾਈ ਮੇਰੇ ਨਾਲੋਂ ਸਾਰੇ ਹੀ ਸ੍ਰੇਸ਼ਟ ਨੇ। ਫਿਰ ਮੈਂ ਕਿਸ ਨੂੰ ਨੀਚ ਕਿਸ ਨੂੰ ਮਾੜਾ ਆਖਣਾ ਕਰਾਂ। ਹਰ ਭਗਤੀ ਸਚ ਨਾਮ ਪਤੀਨਾ। ਜੋ ਹਰੀ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਸ ਦਾ ਮਨ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਪਤੀਤ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਔਖਦ ਕਰਤਾ ਕੀ ਬਹੁ ਤੇਰੇ। ਹੋਰ ਸਾਰੀ ਸ੍ਰਿਸ਼ਟੀ ਬਹੁਤੇ ਕਰਮ ਕਾਂਡ ਉਪਾਸ਼ਨਾ ਰੂਪੀ ਦਵਾਈਆਂ ਕਰ ਕਰਕੇ ਥੱਕ ਗਈ ਹੈ। ਕਿਉਂ ਦੁੱਖ ਚੁਕਾ ਬਿਨ ਗੁਰ ਮੇਰੇ। ਮੇਰੇ ਗੁਰੂ ਤੋਂ ਬਿਨਾਂ ਜੰਮਣ ਮਰਨ ਆਦਿਕ ਦਾ ਦੁੱਖ ਕਿਵੇਂ ਚੁੱਕਿਆ ਜਾ ਸਕਦਾ। ਭਾਵ ਨਹੀਂ ਚੁੱਕਿਆ ਜਾ ਸਕਦਾ। ਬਿਨ ਹਰ ਭਗਤੀ ਦੁਖ ਕਣੇਰੇ। ਹਰੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਬਹੁਤ ਦੁੱਖ ਪ੍ਰਾਪਤ ਹੁੰਦੇ ਹਨ। ਦੁਖ ਸੁਖ ਦਾਤੇ ਠਾਕੁਰ ਮੇਰੇ। ਇਹ ਮੇਰੇ ਪ੍ਰਭੂ ਜੀ ਆਪ ਹੀ ਜੀਵਾਂ ਦੇ ਕਰਮ ਅਨੁਸਾਰ ਸੁਖ ਅਤੇ ਦੁੱਖ ਦੇ ਦੇਣ ਵਾਲੇ ਹੋ। ਸੁਖ ਦੁੱਖ ਪੁਰਬ ਜਨਮ ਕੇ ਕੀਏ। ਸੋ ਦਾਤਾ ਸੋ ਜਾਣੇ ਜਨ ਦਾਤਾ ਦੀਏ। ਕਿਸ ਕੋ ਦੋਸ ਦੇਹਿ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਲਾ ਹੈ। ਜਾਂ ਸੁਖ ਦੀ ਪ੍ਰਾਪਤੀ ਅਤੇ ਦੁੱਖ ਦੀ ਨਿਵਰਤੀ ਕਰਨ ਵਾਲੇ ਹਨ। ਰੋਗ ਵੱਡੋ ਕਿਉ ਬੰਧੋ ਧੀਰਾ। ਮੋਮੇ ਦਾ ਬਹੁਤ ਵੱਡਾ ਰੋਗ ਜੀਵਾਂ ਨੂੰ ਚੰਬੜਿਆ ਹੋਇਆ ਹੈ। ਇਸ ਦੇ ਹੁੰਦਿਆਂ ਮੇਰਾ ਮਨ ਧੀਰਜਤਾ ਕਿਵੇਂ ਬੰਨਣਾ ਕਰੇ। ਰੋਗ ਬੁਝੈ ਸੋ ਕਾਟੈ ਪੀਰਾ। ਜੋ ਗੁਰੂ ਰੂਪੀ ਵੈਦ ਇਸ ਰੋਗ ਨੂੰ ਸਮਝ ਲਵੇਗਾ ਉਹੀ ਇਸ ਰੋਗ ਦੀ ਪੀੜ ਨੂੰ ਕੱਟਣਾ ਕਰੇਗਾ। ਮੈਂ ਅਵਗਣਾ ਮਨ ਮਾਹਿ ਸਰੀਰਾ। ਮੇਰੇ ਮਨ ਅੰਤःਕਰਨ ਅਤੇ ਸਰੀਰਾ ਤਨ ਵਿੱਚ ਗੁਨਾਹ ਹੀ ਗੁਨਾਹ ਭਰੇ ਹੋਏ ਹਨ। ਮੈਂ ਅਵਗਣ ਭਰਪੂਰ ਸਰੀਰ
ਹੋ ਕਿਉਂ ਕਰ ਮਿਲਾਂ ਆਪਣੇ ਸਤਿਗੁਰ ਪੂਰੇ। ਢੂੰਡਤ ਖੋਜਤਾ ਗੁਰ ਮੇਲੇ ਪੀਰਾ। हे ਵੀਰਾ, हे ਭਰਾਵਾ, ਪ੍ਰਭੂ ਦੇ ਰਸਤੇ ਨੂੰ ਵੇਦਾਂ ਦੁਆਰਾ ਲੱਭਦੇ ਆ ਅਤੇ ਸ਼ਾਸਤਰਾਂ ਦੁਆਰਾ ਖੋਜਦੇ ਆ। ਗੁਰਾਂ ਨੇ ਉਸ ਰਸਤੇ ਵਿੱਚ ਮਿਲਣਾ ਕੀਤਾ ਹੈ, ਜਾਂ ਗੁਰੂ ਵੀਰਾ ਸੂਰਮੇ ਨੇ ਪ੍ਰਭੂ ਨਾਲ ਮਿਲਣਾ ਕੀਤਾ ਹੈ। ਗੁਰ ਕਾ ਸ਼ਬਦ ਦਾਰੂ ਹਰ ਨਾਉ। ਇਹ ਹਰੀ ਪ੍ਰਭੂ ਤੇਰਾ ਨਾਮ ਤੇ ਗੁਰਾਂ ਦਾ ਉਪਦੇਸ਼ ਹਉਮੈ ਦੇ ਰੋਗ ਨੂੰ ਮਿਟਣ ਵਾਸਤੇ ਦਵਾਈ ਰੂਪ ਹੈ। ਔਖਦ ਕਰਤਾ ਕੀ ਬੋ ਤੇਰੇ, ਤੇ ਹੋਰਨਾਂ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਹਉਮੈ ਦੀਰਘ ਰੋਗ ਹੈ, ਦਾਰੂ ਕੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਨੋ ਜਨੋ ਇਤ ਸੰਜਮ ਦੁਖ ਜਾਹੇ। ਜਿਉ ਤੂੰ ਰਾਖੈ ਤਿਵ ਰਹਾਉ। हे ਪ੍ਰਭੂ, ਜਿਵੇਂ ਤੂੰ ਰੱਖਣਾ ਚਾਹੁੰਦਾ ਹੈ ਤਿਵੇਂ ਹੀ ਮੇਰਾ ਰਹਿਣਾ ਹੁੰਦਾ ਹੈ। ਜਗ ਰੋਗੀ ਕਹ ਦੇਖਤ ਖਾਉ। ਸਾਰਾ ਜਗਤ ਹੀ ਰੋਗ ਦਾ ਗ੍ਰਸਿਆ ਹੋਇਆ ਦਿਖਾਈ ਦੇ ਰਿਹਾ ਹੈ। ਫਿਰ ਮੈਂ ਆਪਣਾ ਰੋਗ ਕਿਸ ਨੂੰ ਦਿਖਾਉਣਾ ਕਰਾਂ, ਦੱਸਣਾ ਕਰਾਂ, ਜਾਂ ਕਿਸ ਨੂੰ ਦਿਖਾਈਏ ਤੇ ਕੌਣ ਦੇਖ ਸਕਦਾ? ਪਾਪ ਕੋਈ ਨਹੀਂ ਦੇਖ ਸਕਦਾ। ਹਰ ਨਿਰਮਾਇਲ ਨਿਰਮਲ ਨਾਉ। ਇਹ ਹਰੀ ਪ੍ਰਭੂ, ਇੱਕ ਤੂੰ ਹੀ ਇਹ ਰੋਗ ਮੇਟ ਕੇ ਉਜਲ ਕਰਨ ਵਾਲਾ ਹੈ ਅਤੇ ਤੇਰਾ ਨਾਮ ਵੀ ਉਜਲ ਹੈ। ਕਰਮ ਕਰ ਜੋ ਦੇਖ ਦਿਖਾਵੈ। ਜੋ ਗੁਰੂ ਹਿਰਦੇ ਰੂਪ ਘਰ ਦੇ ਵਿੱਚ ਸਰੂਪ ਰੂਪੀ ਘਰ ਨੂੰ ਆਪ ਦੇਖ ਕੇ ਹੋਰਨਾਂ ਨੂੰ ਦਿਖਾਉਣਾ ਕਰਦਾ ਹੈ। ਗੁਰ ਮਹਲੀ ਸੋ ਮਹਲ ਬੁਲਾਵੈ। ਉਹ ਤੁਰਿਆ ਬਦਰੂ ਮਹਲ ਦਾ ਮਾਲਕ ਗੁਰੂ ਹੀ ਹੈ, ਜੋ ਸਰੂਪ ਰੂਪੀ ਮਹਲ ਦੇ ਵਿੱਚ ਬੁਲਾ ਲੈਂਦਾ ਹੈ। ਮਨ ਮਹ ਮਨੁਆ ਚਿਤ ਮਹ ਚੀਤਾ। ਜਿਨ੍ਹਾਂ ਦਾ ਮਨ ਪਰਮਾਤਮਾ ਦੇ ਮੰਨਣ ਜਾਂ ਗੁਰਾਂ ਦੇ ਮੰਤਰ ਵਿੱਚ ਲੱਗਿਆ ਤੇ ਚਿੱਤ ਵਾਹਿਗੁਰੂ ਦੇ ਚਿੰਤਨ ਵਿੱਚ ਲੱਗਾ ਹੋਇਆ ਹੈ। ਐਸੇ ਹਰ ਕੇ ਲੋਗੀ ਕੀਤਾ। ਅਜਿਹੇ ਹਰੀ ਦੇ ਲੋਕ, ਹਰੀ ਦੇ ਜਨ ਸਦਾ ਹੀ ਅਸੰਗ ਰਹਿੰਦੇ ਹਨ। ਹਰ ਕਸੋਗ ਤੇ ਰਹਿਨ ਰਸਾ। ਉਹ ਪਦਾਰਥ ਆਏ ਤੋਂ ਖੁਸ਼ੀ ਅਤੇ ਪਦਾਰਥ ਦੇ ਵਿਛੜਨ ਦੇ ਗਮ ਤੋਂ ਨਿਰਾਸ਼ ਹੀ ਰਹਿੰਦੇ ਹਨ। ਅੰਮ੍ਰਿਤ ਚਾਖ ਹਰ ਨਾਮ ਨਿਵਾਸਾ। ਉਹ ਨਾਮ ਅੰਮ੍ਰਿਤ ਨੂੰ ਚੱਖ ਕੇ ਹਰੀ ਦੇ ਨਾਮ ਦੇ ਵਿੱਚ ਹੀ ਮਨ ਦਾ ਨਿਵਾਸ ਕਰਦੇ ਹਨ। ਆਪ ਪਛਾਣ ਰਹਿ ਲਿਵ ਲਾਗਾ। ਆਪਣੇ ਸਰੂਪ ਦੀ ਪਹਿਚਾਣ ਕਰਕੇ ਉਹਨਾਂ ਦਾ ਮਨ ਪਰਮਾਤਮਾ ਦੀ ਪ੍ਰੀਤ ਵਿੱਚ ਲੱਗਾ ਰਹਿੰਦਾ ਹੈ। ਜਨਮ ਜੀਤਾ ਗੁਰਮਤ ਦੁਖ ਭਾਗਾ। ਉਹਨਾਂ ਨੇ ਮਨੁੱਖਾ ਜਨਮ ਨੂੰ ਜਿੱਤ ਲਿਆ ਅਤੇ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਉਹਨਾਂ ਦਾ ਜੰਮਣ ਮਨ ਰੂਪੀ ਦੁੱਖ ਭੱਜ ਗਿਆ ਹੈ। ਗੁਰ ਦੀਆ ਸਚ ਅੰਮ੍ਰਿਤ ਪੀਵਾਓ। ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆ ਦੀਆ। ਇਹ ਭਾਈ, ਜੋ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੀ ਦਾ ਅੰਮ੍ਰਿਤ ਛਕਾਇਆ, ਬੰਦੇ ਬਣ ਜਾਓ, ਸਿੱਧੇ ਹੋ ਕੇ ਅੰਮ੍ਰਿਤ ਛਕ ਲਓ। ਬਸ ਇਸ ਤੋਂ ਬਗੈਰ ਸਿੱਖ ਦੀ ਕਲਿਆਣ ਨਹੀਂ ਹੈ। ਬਾਕੀਆਂ ਨੂੰ ਆਪਾਂ ਕੁਛ ਨਹੀਂ ਕਹਿੰਦੇ। ਕੋਈ ਮੁਸਲਮਾਨ, ਕੋਈ ਹਿੰਦੂ, ਕੋਈ ਈਸਾਈ, ਭਾਵੇਂ ਸਾਰੇ ਛਕ ਸਕਦੇ ਨੇ, ਪਰ ਗੁਰੂ ਘਰ ਦਾ ਉਪਦੇਸ਼ ਸਿੱਖਾਂ ਲਈ ਤਾਂ ਵਿਸ਼ੇਸ਼ ਹੈ। ਜਿਹੜਾ ਦਸਾਂ ਪਾਤਸ਼ਾਹੀਆਂ ਨੂੰ ਆਪ ਦਾ ਗੁਰੂ ਮੰਨਦਾ ਹੈ, ਉਹਨੂੰ ਅੰਮ੍ਰਿਤ ਛਕਣਾ ਲਾਜ਼ਮੀ ਹੈ। ਅੱਜ ਛਕ ਲਓ, ਭਲਕੇ ਛਕ ਲਓ, ਨਹੀਂ ਛਕੋਗੇ ਤਾਂ ਫਿਰ ਜੰਮਣ ਮਨ ਦੇ ਗੇੜੇ ਦੇ ਵਿੱਚ ਘੁੰਮਣਾ ਪਏਗਾ। ਪਾਰ ਉਤਾਰਨ ਦਾ ਸ਼ੱਕ ਹੀ ਹੋਊਗਾ। ਫਿਰ ਇਕੱਲਾ ਅੰਮ੍ਰਿਤ ਛਕ ਲਿਆ, ਇਹਦੇ ਨਾਲ ਵੀ ਗੱਲ ਨਹੀਂ ਬਣਦੀ।
ਨਾਲ ਨਾਮ ਅੰਮ੍ਰਿਤ ਵੀ ਪੀਣਾ ਪਵੇਗਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਜਿਸ ਸਿਮਰਤ ਸੁਖ ਪਾਈ ਹੈ, ਸਭ ਦਿਖਾ ਬੁਝਾਈ। ਅੰਮ੍ਰਿਤ ਦੇ ਚੁਲਿਆਂ ਨਾਲ ਪੰਜ ਪਿਆਰੇ ਵਾਹਿਗੁਰੂ ਨਾਮ ਮੂਲ ਮੰਤਰ ਬਖਸ਼ਿਸ਼ ਕਰਦੇ ਨੇ। ਇਹ ਭਾਈ ਜੋ ਗੁਰਾਂ ਦੇ ਉਸ ਮੂਲ ਮੰਤਰ ਵਾਹਿਗੁਰੂ ਮੰਤਰ ਗੁਰਬਾਣੀ ਨਾਮ ਦਾ ਉਪਦੇਸ਼ ਜਿਹੜਾ ਮਹਾਰਾਜ ਨੇ ਦੇਣਾ ਕੀਤਾ ਗੁਰੂ ਗ੍ਰੰਥ ਸਾਹਿਬ 'ਚ, ਇਹ ਅੰਮ੍ਰਿਤ ਨਾਮ ਠਾकुर का पायो जिसका सबसे उद्धारो। ये सच्चे ਅੰਮ੍ਰਿਤ ਨਾਮ ਨੂੰ ਪੀਣਾ ਕਰੋ। ਸਹਿਜ ਮਾਰੋ ਜੀਵਤ ਹੀ ਜੀਵੋ। ਸ਼ਾਂਤੀ ਪੂਰਵਕ ਦੇਹ ਦੀ ਅਭਿਮਾਨ ਮਨੋਂ ਮਰ ਜਾਵੋ, ਤਾਂ ਜੀਵਨ ਰੂਪ ਨੂੰ ਪਾ ਕੇ ਜਿਉਂਦੇ ਹੀ ਜਿਉਂਦੇ ਰਹੋਗੇ। ਜੀਵਤ 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 ਰਹੋ। ਆਪਣੋ ਕਰ ਰੱਖੋ ਗੁਰ ਪਾਵੈ। ਇਹ ਗੁਰੂ ਅਕਾਲ ਪੁਰਖ ਜੇਕਰ ਤੈਨੂੰ ਬਹਾ ਜਾਵੇ ਤਾਂ ਤੂੰ ਮੈਨੂੰ ਆਪ ਦਾ ਗੋਲਾ ਕਰਕੇ ਰੱਖਣਾ ਕਰ। ਤੁਮਰ ਹੋਏ ਸੋ ਤੁਝ ਸਮਾਵੈ। ਇਹ ਪ੍ਰਭੂ ਜੋ ਤੇਰਾ ਸੇਵਕ ਹੋ ਜਾਂਦਾ ਉਹ ਤੇਰੇ ਸਰੂਪ ਦੇ ਵਿੱਚ ਹੀ ਸਮਾ ਜਾਂਦਾ ਹੈ। ਭੋਗੀ ਕਉ ਦੁਖ ਰੋਗ ਵਿਆਪੈ। ਜਿਹੜਾ ਬੰਦਾ ਭੋਗੀ ਹੈ, ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਾ, ਉਹਨੂੰ ਕੋੜ੍ਹ ਦਾ ਰੋਗ ਹੋ ਜਾਂਦਾ। ਜਿਹੜੀਆਂ ਬਿਮਾਰੀਆਂ ਦਾ ਨਾਮ ਵੀ ਨਹੀਂ ਲਈਦਾ ਉਹ ਲੱਗ ਜਾਂਦੀਆਂ ਨੇ। ਕਾਮ ਕ੍ਰੋਧ ਕਾਇਆ ਨੂੰ ਕਰਦਾ, ਪਦਾਰਥਾਂ ਦੇ ਭੋਗਣ ਵਾਲੇ ਨੂੰ, ਖੰਡ ਖਾਣ ਵਾਲੇ ਨੂੰ ਸ਼ੂਗਰ ਹੋ ਜਾਏਗੀ, ਲੂਣ ਖਾਣ ਵਾਲੇ ਨੂੰ ਬਲੱਡ ਪ੍ਰੈਸ਼ਰ ਹੋ ਜਾਏਗਾ। ਕੋਈ ਵੀ ਚੀਜ਼ ਲਿਮਟ ਦੀ ਹੈ। ਇਹਨਾਂ ਚੀਜ਼ਾਂ ਤੋਂ ਬਗੈਰ ਸਰੀਰ ਚੱਲ ਨਹੀਂ ਸਕਦਾ। ਤੇ ਪਰ ਜੇ ਵਾਧੂ ਖਾਊਗਾ ਤਾਂ ਪਦਾਰਥਾਂ ਦੇ ਸਵਾਦ ਚੱਖਣ ਵਾਲੇ ਭੋਗਣ ਵਾਲੇ ਨੂੰ ਵੱਧ ਸ਼ਰਾਬ ਪੀਊਗਾ, ਫੇਫੜੇ ਜਵਾਬ ਦੇ ਜਾਣਗੇ, ਬੀੜੀ ਪੀਣ ਵਾਲੇ ਨੂੰ ਟੀਬੀ ਹੋ ਜਾਊਗੀ। ਇਸ ਵਾਸਤੇ ਜਿੰਨੀਆਂ ਬਿਮਾਰੀਆਂ ਨੇ ਉਹ ਪੇਟ ਤੋਂ ਪੈਦਾ ਹੁੰਦੀਆਂ ਨੇ। ਜੇ ਬੰਦਾ ਆਪਦੇ ਮੂੰਹ ਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਰੱਖ ਲਏ ਤਾਂ ਬਿਮਾਰੀਆਂ ਤੋਂ ਬਚ ਸਕਦਾ ਹੈ। ਸਿਆਣੇ ਬੰਦੇ ਦਵਾਈ ਘੱਟ ਦਿੰਦੇ ਨੇ, ਪਰਹੇਜ਼ ਜ਼ਿਆਦਾ ਦੱਸਦੇ ਨੇ। ਸਾਡੇ ਵਰਗੇ ਮੂੰਹ ਚੁੱਕ ਕੇ ਦਵਾਈਆਂ ਦਾ ਖਾਈ ਜਾਣਗੇ, ਪਰਹੇਜ਼ ਰੱਖਣਗੇ ਨਹੀਂ। ਜੋ ਮੀਟ ਮੁਰਗਾ ਗੰਢਾ ਚਾਰ ਸਭ ਰਗੜਦੀ ਮਗੜਦੀ ਕਰੀ ਜਾਣਾ। ਹੇ ਪਰਮਾਤਮਾ, ਜਿਹੜੇ ਭੋਗਾਂ ਨੂੰ ਭੋਗਣ ਵਾਲੇ ਨੇ ਪਦਾਰਥ ਤਾਂ ਰੱਬ ਨੇ ਬਥੇਰੇ ਬਣਾਏ ਨੇ, ਤੇ ਪਰ ਲੋੜ ਮੁਤਾਬਕ ਛਕਣ ਦੀ ਆਗੀ ਹੈ। ਜਿਹੜੇ ਬਿਨਾਂ ਲੋੜ ਤੋਂ ਭੋਗਾਂ ਦੇ ਭੋਗਣ ਵਾਲੇ ਨੇ, ਵਿਕਾਰਾਂ ਦੇ ਭੋਗੀ ਨੇ, ਭੋਗਨ ਤਾਂ ਰੋਗਨ, ਉਹਨਾਂ ਨੂੰ ਜੰਮਣ ਮਰਨ ਦੇ ਦੁੱਖ, ਹੰਕਾਰ ਆਦਿ ਦੇ ਰੋਗ ਹੀ ਲੱਗਦੇ ਹਨ। ਪ੍ਰਤੱਖ ਰੋਗੀ ਹੋ ਜਾਂਦੇ ਨੇ। ਘਟ ਘਟ ਰਵ ਰਹਿਆ ਪ੍ਰਭ ਜਪੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸਭ ਸੰਸਾਰ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਪ੍ਰਮਾਤਮਾ ਜੋ ਤੇਰਾ ਨਾਮ ਜਪਦੇ ਨੇ ਉਹ ਤੈਨੂੰ ਸਾਰੇ ਘੜਾਂ ਘੜਾਂ ਵਿੱਚ ਵਿਆਪਕ ਹੋ ਰਿਹਾ ਨਿਸ਼ਚੈ ਕਰਦੇ ਹਨ। ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਨਿਸ਼ਚੈ ਕਰਕੇ ਸੁਖ ਦੁੱਖ ਤੋਂ ਅਸੰਗ ਰਹਿੰਦੇ ਹਨ। ਨਾਨਕ ਰਾਮ ਰਵੈ ਹਿਤ ਚੀਤਾ। ਸਤਿਗੁਰੂ ਸਾਹਿਬ ਜੀ ਕਦਮ ਕਰਦੇ ਨੇ ਕਿ ਉਹ ਮਨ ਦੇ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਉਚਾਰਨ ਕਰਦੇ ਰਹਿੰਦੇ ਹਨ। ਬਸੰਤ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਵਿੱਚ ਅਗਲੀ ਅਸ਼ਟਪਦੀ ਉਚਾਰ ਰਹੇ ਨੇ। ਏਕਾ ਤੁਕੀਆ। ਇਸ ਅਸ਼ਟਪਦੀ ਵਿੱਚ ਇੱਕ ਇੱਕ ਤੁਕ ਤੇ ਅੰਕ ਆਵੇਗਾ। ਜੋ ਛੋਟੀਆਂ ਤੁਕਾਂ ਨੂੰ ਇੱਕ ਦੀ ਗਿਣਤੀ ਵਿੱਚ ਹੀ ਸਮਝਣਾ ਹੈ। ਮਤ ਭਸਮ ਅੰਧੂਲੇ ਗਰਭ ਜਾਹੇ। ਸਾਧ ਸੰਗਤ ਜੀਓ, ਇਹ ਸ਼ਬਦ ਦੀ ਉਤਾਨਕਾ ਇਸ ਪ੍ਰਕਾਰ ਹੈ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਸਨ,
ਉਸ ਸਮੇਂ ਸਤਿਗੁਰਾਂ ਦੇ ਪਾਸ ਅਨੇਕਾਂ ਸੰਗਤਾਂ ਅਤੇ ਸਾਧੂ ਸੰਤ ਦਰਸ਼ਨ ਕਰਨ ਲਈ ਆਉਂਦੇ ਸਨ। ਸਤਿਗੁਰੂ ਜੀ ਸਭ ਨੂੰ ਲੰਗਰ ਪ੍ਰਸ਼ਾਦ ਛਕਾਉਂਦੇ, ਕਿਸੇ ਨੂੰ ਭੁੱਖਾ ਨਾ ਜਾਣ ਦਿੰਦੇ। ਇੱਕ ਦਿਨ ਇੱਕ ਨਾਗਾ ਸਾਧੂ ਆਪਣੀ ਜਮਾਤ ਦੇ ਸਮੇਤ ਸਤਿਗੁਰਾਂ ਦੇ ਪਾਸ ਚੱਲ ਕੇ ਆਇਆ, ਜੋ ਪਹਿਲਾਂ ਸੰਨਿਆਸੀਆਂ ਦਾ ਚੇਲਾ ਸੀ। ਇਹਨੇ ਕਿਹਾ, ਮਹਾਰਾਜ ਸਾਡੀ ਜਮਾਤ ਨੂੰ 500 ਰੁਪਈਆ ਭੇਟਾ ਕਰੋ ਅਤੇ ਹਾਥੀ ਘੋੜੇ ਇਹ ਵੀ ਦਿਓ, ਸਾਧੂਆਂ ਨੂੰ ਰਸਦ ਵੀ ਦਿਓ। ਵੈਸੇ ਇਸ ਤਰ੍ਹਾਂ ਬਣਦਾ ਨਹੀਂ ਹੈ, ਜਾਂ ਤਾਂ ਬੰਦਾ ਖਾ ਲਏ ਬੈਠ ਕੇ ਪੱਕਿਆ ਪਕਾਇਆ। ਜੇ ਕੋਈ ਉਹਨੂੰ ਤਕਲੀਫ ਹੈ, ਪੱਕਿਆ ਪਕਾਇਆ ਨਹੀਂ ਖਾ ਸਕਦਾ, ਤਾਂ ਫਿਰ ਉਹ ਸੁੱਕੀ ਰਸਤ ਲੈ ਕੇ ਆਪ ਦਾ ਬਣਾ ਲੈ। ਜੇ ਕਹੇ ਵੀ ਮੈਂ ਖਾਈ ਵੀ ਜਾਵਾਂ ਤੇ ਲਈ ਵੀ ਜਾਵਾਂ ਤੇ ਬੋਝੀਆਂ ਵੀ ਭਰੀ ਜਾਵਾਂ, ਤਿੰਨੇ ਗੱਲਾਂ ਨਹੀਂ ਗੁਰਦੁਆਰੇ ਚੱਲਦੀਆਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਨਿਯਮ ਹੈ ਵੀ ਜੋ ਵੀ ਸੰਗਤ ਆਉਂਦੀ ਹੈ, ਸ਼ਰਧਾ ਪਿਆਰ ਦੇ ਸੰਯੁਕਤ ਉਹਦੇ ਛਕਣ ਛਕਾਉਣ ਦਾ ਤੇ ਰਹਿਣ ਦਾ ਗੁਰੂ ਘਰ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਤੇ ਬਾਕੀ ਜੋ ਮਾਇਆ ਹੈ ਉਹ ਸਰਬੱਤ ਦੇ ਭਲੇ ਵਾਸਤੇ ਵਰਤੀ ਜਾਂਦੀ ਹੈ। ਸਤਿਗੁਰਾਂ ਨੇ ਉਹਨੂੰ ਜੋ ਕੁਛ ਉਹਨੇ ਮੰਗਿਆ ਸਭ ਕੁਝ ਲੰਗਰ ਤੋਂ ਦਵਾ ਦਿੱਤਾ। ਪਰ ਇਹ ਨਾਗਾ ਸਾਧੂ ਸਤਿਗੁਰਾਂ ਦੀ ਦੀਵਾਨ 'ਚ ਆ ਕੇ ਬਹੁਤ ਆਖੜ ਦੇ ਨਾਲ ਬੈਠ ਗਿਆ ਵੀ ਸਾਡੀ ਮਹਾਰਾਜ ਨੇ ਪੂਜਾ ਕੀਤੀ ਹੈ, ਅਸੀਂ ਸਾਧੂ ਜੋ ਹੋਏ ਵੱਡੇ ਹਾਂ। ਮਹਾਰਾਜ ਕ੍ਰਿਸ਼ਤੀ ਨੇ ਇਹਨੇ ਕਿਹਾ, ਮਹਾਰਾਜ ਜੀ ਸਾਧੂ ਬਣਨ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦੀ। ਤਦੋਂ ਉਸਦਾ ਮਾਣ ਮਿਟਣ ਵਾਸਤੇ ਤੇ ਸਰਬੱਤ ਸੰਗਤਾਂ ਦਾ ਭਲਾ ਕਰਨ ਹਿੱਤ ਪਾਤਸ਼ਾਹ ਜੀ ਫਰਮਾਉਂਦੇ ਨੇ। ਆਓ ਦੁਬਾਰਾ ਤੋਂ ਫਿਰ ਪੰਕਤੀ ਸੁਣੋ। ਮਾਤਾ ਪਾਸਮ ਅੰਧੂਲੇ ਗਰਭ ਜਾਏ। ਇਹ ਅੰਧੂਲੇ ਅਗਿਆਨੀ ਜੀਵ ਆਪਣੇ ਤਨ ਉੱਪਰ ਭਸਮ ਸੁਆਹ ਮਲ ਕੇ ਮਤਾ ਹੰਕਾਰ ਨਾਲ ਆਪਣੇ ਮਨੁੱਖਾ ਜਨਮ ਨੂੰ ਗਵਾ ਕੇ ਤੂੰ ਜਾਹੇ ਚਲਾ ਜਾਵੇਂ, ਜਾਂ ਸੁਆਹ ਮਤਾ ਮਲ ਇਸ ਨਾਲ ਹੰਕਾਰ ਵਿੱਚ ਹੀ ਜਾਵੇਗਾ। ਇਨ ਬਿਦ ਨਾਗੇ ਜੋਗ ਨਾਹੀ। ਗੁਰੂ ਘਰ ਤਾਂ ਆ ਕੇ ਹੰਕਾਰ ਕਰਨਾ ਬਣਦਾ ਹੀ ਨਹੀਂ ਹੈ। ਜਿਹੜਾ ਆਏਗਾ ਹੰਕਾਰ ਦੇ ਨਾਲ ਉਹ ਖਾਲੀ ਜਾਏਗਾ। ਇਹ ਨਾਗੇ ਇਸ ਤਰੀਕੇ ਨਾਲ ਤਨ ਨੰਗਾ ਰਹਿ ਕੇ ਤੇ ਉੱਪਰ ਸੁਆਹ ਮੰਗ ਕੇ ਪਰਮਾਤਮਾ ਦੇ ਵਿੱਚ ਜੁੜਨਾ ਨਹੀਂ ਹੋ ਸਕਦਾ, ਕੋਈ ਜੋਗੀ ਨਹੀਂ ਬਣ ਸਕਦਾ ਹੈ। ਮੂੜੇ ਕਾਹੇ ਵਿਸਾਰਿਓ ਤਾ ਰਾਮ ਨਾਮ। ਇਹ ਮੂੜ ਉਹਦਾ ਨਾਮ ਹੈ ਜਿਹਨੂੰ ਪਤਾ ਵੀ ਹੋਵੇ, ਮੰਨੇ ਵੀ ਨਾ, ਕਹਿਣਾ ਵੀ ਨਾ, ਆਖੇ ਵੀ ਨਾ ਲੱਗੇ। ਇਹ ਮੂਰਖ ਜੀਵ, ਤੂੰ ਪਰਮਾਤਮਾ ਦਾ ਨਾਮ ਕਾਹਦੇ ਲਈ ਵਿਸਾਰ ਨਾ ਕੀਤਾ ਹੈ। ਅੰਤ ਕਾਲ ਤੇਰਾ ਆਵੈ ਕਾਮ। ਇਹ ਪਰਮਾਤਮਾ ਦਾ ਨਾਮ ਹੀ ਅੰਤ ਅਖੀਰ ਦੇ ਸਮੇਂ ਤੇਰੇ ਕੰਮ ਆਵੇਗਾ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੁਰ ਪੂਛ ਤੁਮ ਕਰੋ ਵਿਚਾਰ। ਗੁਰੂ ਨੂੰ ਪੁੱਛ ਕੇ ਤੂੰ ਆਪਣੇ ਹਿਰਦੇ ਅੰਦਰ ਪਰਮਾਤਮਾ ਦੀ ਵਿਚਾਰ ਕਰ। ਜਹ ਦੇਖੋ ਤਾ ਸਾਰਿਗ ਪਾਣ। ਜਿੱਥੇ ਵੀ ਦੇਖੇਗਾ ਉੱਥੇ ਸਾਰਗ ਨਾਮੀ ਧਰਮ ਨੂੰ ਆਪਣੇ ਹੱਥਾਂ ਵਿੱਚ ਪਕੜਨ ਵਾਲੇ ਪਰਮਾਤਮਾ ਦਾ ਸਰੂਪ ਹੀ ਵਿਆਪਕ ਦ੍ਰਿਸ਼ਟੀ ਵਿੱਚ ਤੈਨੂੰ ਆਵੇਗਾ। ਕਿਆ ਹੋਇਆ ਅੱਖਾਂ ਜਾਂ ਕਛੁ ਨਾਹੀ। ਇਹ ਮਹਾਰਾਜ ਤੁਸੀਂ ਕੀ ਹੋ? ਸਤਿਗੁਰੂ ਕਹਿੰਦੇ, ਹੇ ਭਾਈ ਮੈਂ ਕੀ ਆਖਾਂ ਜਦ ਮੈਂ ਕੁਝ ਹੈ ਹੀ ਨਹੀਂ ਆ। ਭਾਵ ਮੈਂ ਸੂਖਮ ਸਥੂਲ ਤੇ ਕਾਰਨ ਦੇਹ ਵੀ ਨਹੀਂ ਹਾਂ। ਜਾਤ ਪਤ ਸਭ ਤੇਰਾ ਨਾਏ। ਇਹ ਜਾਤੀ ਪਾਤੀ ਸਭ ਤੇਰੇ ਨਾਮ ਨਾਲ ਹੀ ਲੱਗੀਆਂ ਹੋਈਆਂ ਨੇ। ਜਾਂ ਪਰਮਾਤਮਾ ਦੇ ਸਨਮੁਖ ਕਹਿੰਦੇ ਕਿ ਹੇ ਪ੍ਰਭੂ ਅਸੀਂ ਤੇਰੇ ਨਾਮ ਨੂੰ ਆਪਣੀ ਸਾਰੀ ਜਾਤ ਪਾਤ ਸਮਝਣਾ ਕੀਤਾ ਹੈ। ਕਾਹੇ ਮਾਲ ਦਾ
ਜਾਤਕ ਪਸ਼ੂ ਤੇ ਧਨ ਵੇਖ ਕੇ ਕਾਦੇ ਵਾਸਤੇ ਹੰਕਾਰੀ ਹੋਈ ਜਾਂਦਾ ਹੈ। ਚਲਤੀ ਬਾਰਾ ਤੇਰੋ ਕਛੁ ਨਾਹੇ। ਅੰਤ ਨੂੰ ਸੰਸਾਰ ਤੋਂ ਚੱਲਣ ਸਮੇਂ ਤੇਰਾ ਕੁਝ ਵੀ ਪਦਾਰਥ ਨਹੀਂ ਹੋਵੇਗਾ। ਪਾਪ ਲੋਕ ਦੇ ਵਿੱਚ ਤੇਰੇ ਨਾਲ ਕੁਝ ਨਹੀਂ ਜਾਵੇਗਾ। ਪੰਜ ਮਾਰ ਚਿਤ ਰਾਖਾਂ ਥਾਏ। ਰਾਜੇ ਨੂੰ ਖੰਨਾ ਨਾ ਹੋਣ ਕਰਕੇ ਰੱਖੋ ਪਾਠ ਹੀ ਹੈ। ਪੰਜ ਮਾਰ, ਪੰਜ ਕਾਮ ਕ੍ਰੋਧ ਮੋਹ ਹੰਕਾਰ ਵਿਕਾਰਾਂ ਨੂੰ ਨਿਵਰਤ ਕਰਕੇ ਆਪਣੇ ਚਿੱਤ ਆਪਣੇ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਰੋਕ ਕੇ ਤੁਰਿਆ ਪਦ ਰੂਪ ਥਾਂ ਵਿੱਚ ਅਸਥਿਤ ਕਰਕੇ ਰੱਖਣਾ ਕਰ। ਜੋਗ ਜਗਤ ਕੀਏ ਹੈ ਪਾਏ। ਜੋਗ ਵਿੱਚ ਜੁੜਨ ਦੀ ਜਾਂ ਪ੍ਰਭੂ ਨਾਲ ਮਿਲਾਪ ਦੀ ਜੁਗਤੀ ਦੀ ਇਹੀ ਨੀ ਇਹੀ ਬੁਨਿਆਦ ਹੈ। ਹਉ ਮੈਂ ਪੈਖੜ ਤੇਰੇ ਮਨ ਮਾਹੇ। ਇਹ ਭਾਈ ਤੇਰੇ ਮਨ ਨੂੰ ਪੈਰ ਦੇ ਵਿੱਚ ਹੰਗਤਾ ਮਮਤਾ ਦੀ ਪੈਂਕੜ ਪਈ ਹੋਈ ਹੈ। ਹਰਨ ਚੇਤਾ ਹੈ ਮੂੜੇ ਮੁਕਤ ਜਾਹੇ। ਇਹ ਮੂਰਖ ਜੀਵ ਤੂੰ ਹਰੀ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ, ਜਿਸ ਕਰਕੇ ਤੇਰੇ ਪਾਸੋਂ ਮੁਕਤੀ ਚਲੀ ਜਾਵੇਗੀ, ਪਾਪ ਤੋਂ ਮੁਕਤ ਨਹੀਂ ਹੋ ਸਕੇਗਾ। ਮਤ ਹਰ ਵਿਸਰਿਆ ਜਮ ਵਸ ਪਾਹੇ। ਇਹ ਜੀਵ ਹਰੀ ਪ੍ਰਮਾਤਮਾ ਦੇ ਭੁੱਲਣ ਕਰਕੇ ਮਤਾਂ ਯਮਦੂਤਾਂ ਦੇ ਵਸ ਪੈ ਜਾਵੀਂ। ਇਸ ਲਈ ਅੰਤ ਕਾਲ ਮੂੜੇ ਚੋਟ ਖਾਹੇ। ਇਹ ਮੂਰਖ ਜੀਵ ਫਿਰ ਅਖੀਰ ਦੇ ਸਮੇਂ ਜਮਾਂ ਵਸ ਹੋਇਆ ਜਮਾਂ ਦੀਆਂ ਸੱਟਾਂ ਖਾਵੇਗਾ। ਜਮ ਕਾ ਡੰਡ ਮੂੜ ਮੈਂ ਲੱਗ ਫਿਰ ਮੈਂ ਕਰੇ ਨਬੀਰਾ। ਗੁਰ ਸ਼ਬਦ ਵਿਚਾਰ ਹੈ ਆਪ ਜਾਏ। ਜੇ ਗੁਰੂ ਦੇ ਉਪਦੇਸ਼ ਨੂੰ ਵਿਚਾਰ ਨਾ ਕਰੇ ਤਾਂ ਤੇਰੇ ਅੰਦਰੋਂ ਆਪਾ ਪਾਪ ਹੰਕਾਰ ਚਲਿਆ ਜਾਵੇਗਾ। ਸਾਚ ਜੋਗ ਮਨ ਵਸੈ ਆਏ। ਜਦੋਂ ਸੱਚਾ ਜੋਗ ਮਨ ਵਿੱਚ ਆ ਕੇ ਵਸ ਜਾਵੇਗਾ ਤਾਂ ਸੱਚੇ ਪ੍ਰਭੂ ਦਾ ਮਿਲਾਪ ਹੋ ਜਾਵੇਗਾ। ਜਿਨ ਜੀਉ ਪਿੰਡ ਦਿੱਤਾ ਤਿਸ ਚੇਤਾ ਨਾਹੇ। ਜਿਸ ਪ੍ਰਮਾਤਮਾ ਨੇ ਇਹ ਜ਼ਿੰਦਗੀ ਤੇ ਸਰੀਰ ਆਦਿ ਸਭ ਕੁਝ ਦੇਣਾ ਕੀਤਾ ਹੈ, ਇਸ ਪ੍ਰਭੂ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ ਹੈ? ਫਿਰ ਮੂਰਖੀ ਹੈ। ਪਤਾ ਵੀ ਹੈ ਵੀ ਜਾਨ ਰੱਬ ਨੇ ਦਿੱਤੀ ਹੈ, ਸਰੀਰ ਉਹਨੇ ਦਿੱਤਾ ਤੇ ਉਹਨੂੰ ਵਾਪਸ ਕਰਨੀ ਪੈਣੀ ਹੈ। ਇਹ ਕਿੰਨਾ ਗੋਲਡਨ ਜੁਬਲੀ ਸੁਨਹਿਰੀ ਮੌਕਾ ਤੈਨੂੰ ਪਰਮਾਤਮਾ ਨੇ ਮੁਕਤ ਹੋਣ ਦਾ ਦਿੱਤਾ, ਤੇ ਫਿਰ ਇਹ ਸਭ ਕੁਝ ਸਮਝਦਾ ਹੋਇਆ ਵੀ ਤੂੰ ਨਾਮ ਕਿਉਂ ਨਹੀਂ ਜਪਦਾ? ਮੂਰਖਾਂ ਦੀ ਗਿਣਤੀ ਜੀ ਹੈ ਨਾ। ਫਿਰ ਇਸ ਲਈ ਮਹਾਰਾਜ ਨੇ ਮੂੜੇ ਰੱਖਿਆ ਹੈ। ਮੜੀ ਮਸਾਣੀ ਮੂੜੇ ਜੋਗ ਨਾਹੇ। ਇਹ ਮੂਰਖ ਜੀਵ ਮੜੀਆਂ ਤੇ ਮਸਾਣਾਂ 'ਚ ਅਸਲ ਜੋਗ ਪ੍ਰਾਪਤ ਨਹੀਂ ਹੋ ਸਕਦਾ ਹੈ। ਇਸ ਲਈ ਗੁਰੂ ਜੀ ਨੇ ਸਾਡਾ ਸਿਰ ਮੂੰਹ ਮੁੰਨ ਕੇ ਸਵਾਹ ਨਹੀਂ ਪਾਈ, ਮੜੀਆਂ 'ਚ ਨਹੀਂ ਬਿਠਾਇਆ, ਕੋਠੀਆਂ ਤੇ ਕਾਰਾਂ ਦਿੱਤੀਆਂ ਨੇ, ਸੋਹਣੇ ਮਹੱਲ ਦਿੱਤੇ ਨੇ ਬੈਠਣ ਵਾਸਤੇ। ਗੱਲ ਤਾਂ ਨਾਮ ਜਪਣ ਦੀ ਆ, ਭਾਵੇਂ ਮੜੀਆਂ 'ਚ ਬਹਿ ਕੇ ਜਪ ਲਓ ਤੇ ਭਾਵੇਂ ਗੁਰਦੁਆਰੇ ਜਪ ਲਓ, ਜਪਣ ਨਾਲ ਹੀ ਕਲਿਆਣ ਹੁੰਦੀ ਆ। ਮੜੀਆਂ ਦਾ ਮਤਲਬ ਇਹ ਹੈ ਵੀ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ, ਤੇ ਜੇ ਸੋਹਣੀ ਜਗ੍ਹਾ ਤੇ ਬੈਠਾ ਹੋਊਗਾ ਲੋਕ ਵੇਖ ਕੇ ਘੇਰਾ ਕੱਤ ਕੇ ਖਲੋਣਗੇ, ਤੰਗ ਪਰੇਸ਼ਾਨ ਕਰਨਗੇ। ਸੋਹਣੇ ਕੱਪੜੇ ਪਾਏ ਹੋਣਗੇ, ਸੋਹਣੀ ਜਗ੍ਹਾ ਹੋਊਗੀ, ਵੇਖਣ ਵਾਲਾ ਆਪਣੇ ਆਪ ਅਟਰੈਕਟ ਹੋਏਗਾ। ਸੋ ਇਸ ਤਰ੍ਹਾਂ ਖਿੱਚ ਦਾ ਕੇਂਦਰ ਨਾ ਬਣੇ, ਸਾਧ ਮਰਾਦਾ ਜਾ ਰਹੇ। ਪਰ ਮਹਾਰਾਜ ਨੇ ਨਹੀਂ ਸਾਨੂੰ ਛਡਾਇਆ ਹੈ। ਆਪਦੀ ਮਰਜ਼ੀ ਨਾਲ ਤਰੀਕੇ ਦੇ ਨਾਲ ਰਹਿਣਾ ਕਰੇ। ਇਸ ਲਈ ਮੜੀਆਂ ਮਸਾਣ ਕਹਿੰਦੇ ਜ਼ਰੂਰੀ ਨਹੀਂ ਵੀ ਉੱਥੇ ਹੀ ਯੋਗ ਹੈ। ਉਹ ਸ਼ਿਵ ਜੀ ਦਾ ਸੁਭਾਅ ਹੈ, ਉਹ ਤਾਂ ਰੱਬ ਦਾ ਭਗਤ ਹੈ। ਪਰ ਪਖੰਡੀ ਬੰਦੇ ਨਹੀਂ ਕੁਛ ਕਰ ਸਕਦੇ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਰਹਿ ਲੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਹੱਸਣ ਤੋਂ ਨਹੀਂ ਰੋਕਿਆ, ਹੱਸੋ ਖੇਡੋ, ਆਪਦੇ ਘਰ 'ਚ ਰੋਟੀ ਪਾਣੀ ਖਾਓ, ਸਭ ਕੁਝ ਕਰੋ, ਤੇ ਪਰ ਸੰਗਤ ਦੇ ਵਿੱਚ ਜੁੜੇ ਰਹੋ। ਜਿਹੜੀ ਮਨ ਦੀ ਤਾਰ ਹੈ ਉਹ ਲੇਵਾ ਪਰਮਾਤਮਾ ਦੇ ਚਰਨਾਂ 'ਚ ਰੱਖੋ।
ਉਹਦਾ ਨਾਮ ਜਪਦੇ ਰਹੋ। ਗੁਣ ਨਾਨਕ ਬੋਲਾ ਭਲੀ ਬਾਣ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ ਅਸੀਂ ਉਪਕਾਰ ਕਰਨ ਵਾਲੀ ਜਾਂ ਗੁਣਾਂ ਨੂੰ ਉਚਾਰਨ ਵਾਲੀ ਚੰਗੀ ਬਾਣੀ ਹੀ ਬੋਲਦੇ ਕਥਨ ਕਰਦੇ ਹਾਂ। ਤੁਮ ਹੋ ਸੁਜਾਖੇ ਲਿਓ ਪਛਾਣ। ਇਹ ਸ਼ਬਦ ਦੀ ਆਰੰਭਤਾ ਅੰਨੇ ਤੋਂ ਹੋਈ ਹੈ। ਅਸੀਂ ਅੰਨੇ ਹਾਂ। ਮਤ ਭਸਮ ਅੰਧੂਲੇ ਗਰਭ ਜਾਹੇ, ਅੰਨੇ ਆਖਿਆ ਸਾਨੂੰ। ਤੇ ਹੁਣ ਆਖਰੀ ਪੰਕਤੀ ਵਿੱਚ ਆਖਿਆ ਵੀ ਸਜਾਖੇ ਹੋਵੋ। ਤੁਸੀਂ ਗਿਆਨ ਤੇ ਵੈਰਾਗ ਰੂਪੀ ਨੇਤਰਾਂ ਨੂੰ ਪ੍ਰਾਪਤ ਕਰਕੇ ਤੁਮ ਹੋ ਸਜਾਖੇ, ਉਤਮ ਦ੍ਰਿਸ਼ਟੀ ਵਾਲੇ ਹੋਣਾ ਕਰੋ ਤੇ ਲਿਓ ਪਛਾਣ, ਆਪਣੇ ਸਰੂਪ ਨੂੰ ਪਹਿਚਾਨ ਲੈਣਾ ਕਰੋ। ਜਾਂ ਤੁਸੀਂ ਆਪਣੇ ਸਰੂਪ ਨੂੰ ਗੁਰਾਂ ਦੁਆਰਾ ਪਹਿਚਾਨ ਲੈਣਾ ਕਰੋ, ਤਦੋਂ ਤੁਸੀਂ ਰੋਖ ਅਪਰੋਖ ਗਿਆਨ ਰੂਪ ਨੇਤਰਾਂ ਦੇ ਸਹਿਤ ਸੁਜਾਖੇ ਹੋ ਜਾਵੋਗੇ। ਬਸੰਤ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਸੰਤ ਰਾਗ ਵਿੱਚ ਸ਼ੁਭ ਉਪਦੇਸ਼ ਬਖਸ਼ਦੇ ਨੇ। ਦੁਬਦਾ ਦੁਰਮਤ ਅੰਦੁਲੀਕਾਰ। ਅੰਦੁਲੀਕਾਰ ਟਿੱਪੀ ਤੋਂ ਬਗੈਰ ਜੋ ਖੋਟੀ ਮਤ ਕਰਕੇ ਚਿੱਤ ਵਿੱਚ ਦੁਐਤ ਭਾਵ ਹੈ, ਇਸ ਕਰਕੇ ਜੀਵ ਅੰਧਤਾਈ ਵਾਲੀ ਕਾਰ ਕਰਦੇ ਹਨ। ਮਨ ਮੁਖ ਭਰਮ ਮੱਚ ਗੁਬਾਰ। ਮਨੁੱਖ ਜੀਵ ਅਗਿਆਨਤਾ ਦੇ ਹਨੇਰੇ ਵਿੱਚ ਭਰਮਦੇ ਰਹਿੰਦੇ ਨੇ। ਮਨ ਅੰਦੁਲਾ ਦੁਲੀ ਮਤ ਲਾਗੈ। ਜਿਹਨਾਂ ਦਾ ਮਨ ਅਗਿਆਨੀ ਹੈ, ਉਹ ਗਿਆਨੀਆਂ ਦੀ ਸਿੱਖਿਆ ਵਿੱਚ ਲੱਗਦੇ ਹਨ। ਗੁਰ ਕਰਨੀ ਬਿਨਾ ਪਰਮਨ ਭਾਗੈ। ਗੁਰੂ ਦੀ ਬਖਸ਼ਿਸ਼ ਕੀਤੀ ਭਗਤੀ ਰੂਪ ਕਰਨੀ ਤੋਂ ਬਿਨਾਂ ਕਿਸੇ ਪ੍ਰਕਾਰ ਦਾ ਭਰਮ ਨਹੀਂ ਭਜਦਾ, ਨਿਵਰਤ ਨਹੀਂ ਹੁੰਦਾ ਹੈ। ਰਹਾਉ ਇਸਲਾਮ ਦੇ ਕਰ ਫਰਮਾਉਂਦੇ ਨੇ। ਮਨ ਮੁਖ ਅੰਦੁਲੇ ਗੁਰਮਤਿ ਨਾ ਪਾਈ। ਮਨਮੁਖ ਪੁਰਖ ਵਿਵੇਕ ਵੈਰਾਗ ਰੂਪ ਨੇਤਰਾਂ ਤੋਂ ਬਿਨਾਂ ਅੰਨੇ ਅਗਿਆਨੀ ਨੇ। ਉਹਨਾਂ ਨੂੰ ਗੁਰਾਂ ਦੀ ਸਿੱਖਿਆ ਚੰਗੀ ਨਹੀਂ ਲੱਗਦੀ। ਪਸੂ ਭਏ ਅਪਮਾਨ ਨ ਜਾਈ। ਉਹ ਪਸ਼ੂਆਂ ਦੇ ਸੁਭਾਅ ਵਾਲੇ ਹੋ ਰਹੇ ਨੇ, ਉਹਨਾਂ ਦੇ ਅੰਦਰੋਂ ਹੰਕਾਰ ਨਹੀਂ ਜਾਂਦਾ। ਲੱਖ 84 ਜੰਤੇ ਪਾਏ। ਪ੍ਰਭੂ ਨੇ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ। ਮੇਰੇ ਠਾਕੁਰ ਪਾਣੇ ਸਰਜ ਸਮਾਏ। ਉਹ ਮੇਰੇ ਮਾਲਕ ਪ੍ਰਭੂ ਨੇ ਆਪਣੇ ਭਾਣੇ ਵਿੱਚ ਸਾਰੇ ਸਿਰਜ ਕੇ ਰਚ ਕੇ ਅੰਤ ਨੂੰ ਲੀਨ ਕੀਤੇ ਹਨ। ਸਗਲੀ ਭੂਲੈ ਨਹੀਂ ਸ਼ਬਦ ਅਚਾਰ। ਜਿਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਦਾ ਕਰਤੱਵ ਪ੍ਰਾਪਤ ਨਹੀਂ ਹੈ, ਉਹ ਸਾਰੀ ਸ੍ਰਿਸ਼ਟੀ ਅਗਿਆਨ ਕਾਰਨ ਆਪਣੇ ਸਰੂਪ ਦੇ ਵੱਲੋਂ ਭੁੱਲੀ ਹੋਈ ਹੈ। ਸੋ ਸਮਝੈ ਜਿਸ ਗੁਰ ਕਰ ਤਾਰ। ਉਹ ਮਨੁੱਖ ਹੀ ਆਪਣੇ ਸਰੂਪ ਨੂੰ ਸਮਝਦਾ ਹੈ, ਜਿਸ ਨੂੰ ਗੁਰੂ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਗੁਰ ਕੇ ਚਾਕਰ ਠਾਕੁਰ ਪਾਣੇ। ਗੁਰੂ ਦੇ ਚਾਅ ਦੇ ਨਾਲ ਸੇਵਾ ਕਰਨ ਵਾਲੇ ਸੇਵਕ ਠਾਕੁਰ ਪਰਮਾਤਮਾ ਨੂੰ ਚੰਗੇ ਲੱਗਦੇ ਹਨ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਸੋ ਚਾਕਰ ਗੁਰੂ ਦਾ ਸਿੱਖ ਗੁਰੂ ਦਾ ਹੋਣਾ ਚਾਹੀਦਾ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਨੇ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਇਹ ਚਾਕਰ ਦਾ ਮਤਲਬ ਚਾਅ ਨਾ ਕਰੇ, ਹੰਕਾਰ ਤੇ ਜਾਂ ਮਨ ਦੇ ਵਿੱਚ ਕੋਈ ਹੋਰ ਮਾਨਸ ਵਾਲੀ ਗੱਲ ਨਾ ਹੋਵੇ। ਚਾਕਰ ਲੱਗੇ ਚਾਕਰੀ, ਕੋਈ ਨਾ ਨੁਕਰ ਨਾ ਕਰੇ, ਚਾਹ ਦੇ ਨਾਲ ਕਰੇ। ਚਾਕਰ ਲੱਗੇ ਚਾਕਰੀ, ਨਾਲੇ ਗੱਲਬਾਤ ਕੋਈ ਝਗੜਾ ਵੀ ਨਾ ਕਰੇ। ਜੇ ਝਗੜਾਲੂ ਹੈ ਤੇ ਚਾਕਰ ਵੀ ਹੈ ਤੇ ਝਗੜਾ ਵੀ ਕਰਦਾ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਜੇ ਬਹੁਤੀਆਂ ਗੱਲਾਂ ਕਰਦਾ ਮਾਲਕ ਦੇ ਅੱਗੇ ਤਾਂ ਖਸਮ ਦੀ ਨੌਕਰੀ ਦਾ ਸਵਾਦ ਨਹੀਂ ਪਾਉਂਦਾ, ਪੂਰਾ ਫਲ ਨਹੀਂ ਪਾਉਂਦਾ। ਆਪ ਪਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਸੋ ਮਨ ਲੱਗਾ ਸੋ ਪ੍ਰਵਾਨ। ਇਸ ਲਈ ਆਪਾ ਪਾਪ ਗਵਾ ਕੇ ਚਾਹ ਦੇ ਨਾਲ ਕਰੇ।
ਹਮ ਚਾਕਰ ਗੋਬਿੰਦ ਕੇ ਠਾकुर ਮੇਰਾ ਭਾਰ। ਤੋ ਜੇ ਕੋਈ ਸਮਝੇ ਗੁਰੂ ਦੇ ਚਾਕਰਾਂ ਨੂੰ ਵੀ ਇਹ ਮੇਰੇ ਨੌਕਰ ਨੇ, ਇਹ ਉਹਦੇ ਮਨ ਦਾ ਭੁਲੇਖਾ ਹੈ। ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ, ਜਿਹੜਾ ਗੁਰੂ ਦੇ ਸਿੱਖਾਂ ਪਾਸੋਂ ਗੁਰੂ ਦੇ ਚਾਕਰਾਂ ਦੇ ਕੋਲੋਂ ਆਪਦੇ ਮਤਲਬ ਦਾ, ਆਪਦੀ ਮਰਜ਼ੀ ਦਾ, ਆਪਦੇ ਹੁਕਮ ਮੁਤਾਬਕ ਕੰਮ ਕਰਾਉਣਾ ਚਾਹੁੰਦਾ ਹੈ ਗੁਰੂ ਘਰ ਤੋਂ ਇਲਾਵਾ, ਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨਹੀਂ ਲੈ ਸਕਦਾ। ਇਸ ਲਈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਜਿਹੜੇ ਚਾਕਰ ਠਾਕੁਰ ਮਾਲਕ ਨੂੰ ਭਾ ਗਏ ਨੇ, ਜਿਹੜੇ ਪ੍ਰੇਮ ਦੇ ਨਾਲ, ਸੋ ਮਾਨਵ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਨੂੰ ਹੀ ਆਪਣਾ ਮਾਲਕ ਮੰਨਦੇ ਹਨ। ਬਖਸ਼ ਲਈਏ ਨਾਹੀ ਜਮ ਕਾਣੇ, ਉਹ ਪਰਮਾਤਮਾ ਨੇ ਬਖਸ਼ ਲਏ, ਉਹਨਾਂ ਨੂੰ ਜਮ ਦੀ ਕੋਈ ਕਾਣ ਕਨੌਟ ਨਹੀਂ ਲੱਗਦੀ ਹੈ। ਜਿਨ ਕੈ ਹਿਰਦੈ ਕੋ ਪਾਇਆ, ਜਿਨ੍ਹਾਂ ਮਨੁੱਖਾਂ ਦੇ ਹਿਰਦੇ 'ਚ ਇੱਕ ਪ੍ਰਭੂ ਚੰਗਾ ਲਗਾਇਆ ਹੈ, ਆਪੇ ਮਿਲੇ ਫਰਮ ਚੁਕਾਇਆ। ਪ੍ਰਭੂ ਨੇ ਆਪ ਹੀ ਗੁਰਾਂ ਨਾਲ ਮਿਲੇ ਨੇ ਅਤੇ ਉਹਨਾਂ ਦੇ ਅੰਦਰੋਂ ਸਾਰਾ ਭਰਮ ਚੁਕਾ ਦਿੱਤਾ ਹੈ। ਬੇਮੁਹਤਾਜ ਬੇਅੰਤੇ ਅਪਾਰਾ, ਉਹ ਪ੍ਰਭੂ ਬੇਮੁਹਤਾਜ ਖੁਸ਼ਾਮਦ ਤੋਂ ਰਹਿਤ, ਅੰਤ ਤੋਂ ਰਹਿਤ ਅਤੇ ਪਾਰਾਵਾਰ ਤੋਂ ਰਹਿਤ ਹੈ। ਸੱਚ ਭਤੀਜਾ ਕਰਣ ਹਾਰਾ, ਉਹ ਰਚਨਹਾਰ ਪ੍ਰਭੂ ਸੱਚੇ ਨਾਮ ਕਰਕੇ ਭਤੀਜਦਾ ਹੈ। ਬਿਨਾਂ ਨਾਮ ਤੋਂ ਜੋ ਮਰਜ਼ੀ ਤੁਸੀਂ ਕਰੀ ਜਾਓ ਪ੍ਰਸੰਨ ਨਹੀਂ ਹੁੰਦਾ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਨਾਨਕ ਭੁੱਲੇ ਗੁਰ ਸਮਝਾਵੈ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਕਿ ਜੋ ਆਪਣੇ ਸਰੂਪ ਵੱਲੋਂ ਭੁੱਲੇ ਹੋਏ ਨੇ ਉਹਨਾਂ ਨੂੰ ਗੁਰੂ ਜੀ ਸਮਝਾ ਦਿੰਦੇ ਹਨ। ਏਕ ਦਿਖਾਵਾ ਸਾਚ ਟਿਕਾਵਾ, ਗੁਰੂ ਜੀ ਹੀ ਸਾਰੇ ਅੰਦਰ ਇੱਕ ਪ੍ਰਭੂ ਵਿਆਪਕ ਦਿਖਾ ਦਿੰਦੇ ਨੇ ਅਤੇ ਵਿਅਕਤੀ ਨੂੰ ਸੱਚ ਸਰੂਪ ਦੇ ਵਿੱਚ ਟਿਕਾ ਦਿੰਦੇ ਹਨ। ਇੱਥੇ ਅਸ਼ਟਪਦੀ ਸ਼ਬਦ ਸੰਪੂਰਨ ਹੋਇਆ ਹੈ ਜੀ, ਭੁੱਲਾਂ ਚੁੱਕਾ ਖਿਮਾ ਕਰੋ। ਅੱਗੇ ਦੋ ਸਮਤ ਬਖਸ਼ੋ। ਨਾਨਕ ਭੁੱਲੇ ਗੁਰ ਸਮਝਾਵੈ, ਏਕ ਦਿਖਾਵੈ ਸਾਚ ਟਿਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾ